Hello, my dear friends. A very good afternoon to all. My name is Jagjot Singh, and today again I welcome you all to my YouTube channel Jagjot Tutorial Physics. बेटा कर रहे हैं ਅਸੀਂ 10th ਦਾ ਅਗਲਾ ਟੌਪਿਕ ਰੀਸੈਂਟਲੀ ਆਪਾਂ ਜੋ ਪੜ੍ਹ ਕੇ ਅਸੀਂ ਹਟੇ ਸੀ ਉਹ ਸੀ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਜਦੋਂ ਕਿਸੇ ਵਾਇਰ ਦੇ ਵਿੱਚੋਂ ਦੀ ਕਰੰਟ ਪਾਸ ਕਰਦਾ ਤੇ ਵਾਇਰ ਹੀਟ ਕਰਦੀ ਹੈ। ਇਹ ਆਪਣਾ ਪਿਛਲਾ ਟੌਪਿਕ ਸੀ। ਹੁਣ ਜੋ ਬੇਟਾ ਆਪਣਾ ਨੈਕਸਟ ਟੌਪਿਕ ਹੈ ਉਹ ਹੈ ਪ੍ਰੈਕਟੀਕਲ ਐਪਲੀਕੇਸ਼ਨਸ ਮੀਨਸ ਉਹ ਸਭ ਚੀਜ਼ਾਂ ਕਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਜਾ ਕੇ ਜੇ ਕਿੱਥੇ ਜਾ ਕੇ ਸਾਡੇ ਹੀਟਿੰਗ ਡਿਵਾਈਸਿਸ ਜਿਹੜੇ ਨੇ ਜਾਂ ਫਿਰ ਜਿਹੜੇ ਵੀ ਐਪਲੀਕੇਸ਼ਨ ਜਿਵੇਂ ਆਪਾਂ ਚੀਜ਼ਾਂ ਘਰਾਂ ਵਿੱਚ ਯੂਜ਼ ਕਰਦੇ ਹਾਂ ਉਹ ਕੰਮ ਸਾਡੇ ਕਦੋਂ ਕਿੱਥੇ ਹੁੰਦੀਆਂ ਨੇ ਤੇ ਕਿੱਦਾਂ ਹੁੰਦੀਆਂ ਨੇ। ਠੀਕ ਹੈ ਨਾ, ਕਹਿ ਰਿਹਾ ਕਿ ਉਹ ਵਾਇਰ ਦੇ ਵਿੱਚੋਂ ਕਰੰਟ ਗਿਆ ਤੇ ਹੀਟ ਪ੍ਰੋਡਿਊਸ ਹੋਈ ਤਾਂ ਹੀਟ ਪ੍ਰੋਡਿਊਸ ਸਾਡੇ ਕੰਮ 'ਚ ਕਿੱਥੇ ਹੁੰਦੀ ਹੈ ਉਹ ਸਭ ਚੀਜ਼ਾਂ ਆਪਾਂ ਅੱਜ ਦੇ ਇਸ ਟੌਪਿਕ 'ਚ ਪੜ੍ਹਨਾ। ਇਸ ਟੌਪਿਕ ਨੂੰ ਅਸੀਂ ਅੱਜ ਦੇ ਇਸ ਲੈਕਚਰ ਨੂੰ ਆਪਾਂ 3 ਪਾਰਟਸ ਦੇ ਵਿੱਚ ਡਿਵਾਈਡ ਕਰਨ ਜਾ ਰਹੇ ਹਾਂ। ਫਸਟ ਨੰਬਰ ਤੇ ਇਹ ਹੈ ਕਿ ਤੁਹਾਨੂੰ ਇਹ ਚੀਜ਼ ਸਮਝਾਈ ਜਾਵੇ ਕਿ ਹੀਟਿੰਗ ਇਫੈਕਟਸ ਕਿੱਥੇ ਵਰਕਿੰਗ ਚ ਆ ਰਹੇ ਨੇ। ਸੈਕੰਡ ਚੀਜ਼ ਤੁਹਾਨੂੰ ਸਮਝਾਈ ਜਾਏਗੀ ਕਮਰਸ਼ੀਅਲ ਯੂਨਿਟ ਕੀ ਹੈ ਇਲੈਕਟ੍ਰਿਕ એનર્ਜੀ ਦਾ। ਔਰ ਥਰਡ ਹੈ ਬੇਟਾ ਇੱਕ ਆਪਾਂ ਨਿਊਮੈਰੀਕਲ ਕਰਾਂਗੇ ਔਰ ਉਸ ਦੇ ਵਰਗੇ ਨਿਊਮੈਰੀਕਲਸ ਹੀ ਹੁੰਦੇ ਜਿਹੜੇ ਪੇਪਰ 'ਚ ਆ ਜਾਂਦੇ ਆ। ਠੀਕ ਹੈ, ਬਹੁਤ ਅੱਛੇ ਨਿਊਮੈਰੀਕਲ ਹੋਣਗੇ। ਆਪਾਂ ਸਿੰਪਲ ਜਿਹਾ ਲਿਆ ਇਸ ਕਰਕੇ ਲਿਆ ਕਿਉਂਕਿ ਤੁਹਾਨੂੰ ਅੰਡਰਸਟੈਂਡਿੰਗ ਦੇਣੀ ਜ਼ਰੂਰੀ ਹੈ। ਕੁਐਸਚਨ ਤੁਸੀਂ ਆਪ ਕਰ ਲੈਣਾ। ਠੀਕ ਹੈ ਬੇਟਾ, ਸਟਾਰਟਿੰਗ ਕਰਨ ਲੱਗੇ ਅਸੀਂ ਪ੍ਰੈਕਟੀਕਲ ਐਪਲੀਕੇਸ਼ਨਸ ਆਫ ਹੀਟਿੰਗ ਇਫੈਕਟਸ ਆਫ ਇਲੈਕਟ੍ਰਿਕ ਕਰੰਟ। ਵਾਇਰ ਚੋਂ ਕਰੰਟ ਪਾਸ ਹੋ ਰਿਹਾ, ਉਸ ਵਾਇਰ ਚੋਂ ਕਰੰਟ ਪਾਸ ਹੁੰਦੇ ਆ, ਉਸ ਵਾਇਰ ਚੋਂ ਕਰੰਟ ਵੀ ਪਾਸ ਹੋਏਗਾ ਔਰ ਨਾਲੋਂ ਨਾਲ ਜਿਹੜੇ ਉਹ ਚੋਂ ਇਲੈਕਟ੍ਰੋਨਸ ਜਾ ਰਹੇ ਜਿਵੇਂ ਅਸੀਂ ਪਿਛਲੇ ਟੌਪਿਕ ਦੇ ਵਿੱਚ ਪੜ੍ਹਿਆ ਇੱਕ ਸਾਨੂੰ ਵੋਲਟੇਜ ਪ੍ਰੋਵਾਈਡ ਕਰਨੀ ਪੈਂਦੀ ਹੈ, ਬੈਟਰੀ ਪ੍ਰੋਵਾਈਡ ਕਰਨੀ ਪੈਂਦੀ ਤਾਂ ਕਿ ਇਲੈਕਟ੍ਰੋਨਸ ਦਾ ਫਲੋ ਉਸ ਵਾਇਰ ਦੇ ਵਿੱਚੋਂ ਦੀ ਹੋ ਸਕੇ। ਠੀਕ ਹੈ, ਉਸ ਸਰਕਟ ਵਿੱਚੋਂ ਦੀ ਹੋ ਸਕੇ। ਜਿਹੜਾ ਰੈਸਿਸਟਰ ਲੱਗਾ ਹੋਊਗਾ ਉਸ ਰੈਸਿਸਟਰ ਦੀ ਰੈਸਿਸਟਿਵਿਟੀ ਦੇ ਉੱਪਰ ਡਿਪੈਂਡ ਹੈ ਕਿ ਉਹ ਕਿੰਨੀ ਕੁ ਹੀਟ ਦੇਗਾ। ਠੀਕ ਹੈ, ਉਸ ਵਾਇਰ ਦੇ ਵਿੱਚੋਂ ਜਿਹੜਾ ਮਟੀਰੀਅਲ ਹੋਏਗਾ ਉਸ ਦੇ ਵਿੱਚੋਂ ਦੀ ਕਰੰਟ ਲਗਾਤਾਰ ਪਾਸ ਹੋਗੀ ਜਿਵੇਂ ਕਿ ਇੱਕ ਇਲੈਕਟ੍ਰਿਕ ਹੀਟਰ ਆ। ਕਰੰਟ ਉਸ ਚੋਂ ਪਾਸ ਹੋ ਰਿਹਾ, ਕਰੰਟ ਔਖਾ ਹੋ ਕੇ ਪਾਸ ਹੋਏਗਾ, ਜਿਵੇਂ ਵੀ ਪਾਸ ਹੋਏਗਾ ਤੇ ਉਸ ਦੇ ਨਾਲ ਕੀ ਹੋਏਗਾ ਹੀਟ ਪ੍ਰੋਡਿਊਸ ਕਰੇਗਾ। ਸਟਾਰਟਿੰਗ ਤੇ ਆਪਾਂ ਨੂੰ ਹੀਟ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਸਪਰਿੰਗ ਹੋਊਗਾ ਇਲੈਕਟ੍ਰਿਕ ਹੀਟਰ ਦਾ ਉਹ ਜਗਣਾ ਵੀ ਸ਼ੁਰੂ ਕਰ ਜਾਂਦਾ, ਉਹ ਗਲੋ ਹੋਣ ਲੱਗ ਪੈਂਦਾ। ਦੇਅਰਫੋਰ ਕੀ ਕੇਸ ਹੋਏ ਕੀ ਆਪਾਂ ਇਹ ਚੋਂ ਸਮਝਦੇ ਪਏ ਆ ਕਿ ਜਦੋਂ ਕਿਸੇ ਵਾਇਰ ਦੇ ਵਿੱਚੋਂ ਦੀ ਕਰੰਟ ਪਾਸ ਹੁੰਦਾ ਉਸ ਵੇਲੇ ਉਸ ਵਾਇਰ ਦੀ ਆਪਣੀ ਰੈਸਿਸਟੈਂਸ ਕਿੰਨੀ ਹੈ ਮੀਨਸ ਉਹਦੀ ਰੈਸਿਸਟਿਵਿਟੀ ਵੀ ਕਿੰਨੀ ਹੈ। ਸਮਝੇ ਬਾਤ, ਰੈਸਿਸਟਿਵਿਟੀ ਮੀਨਸ ਮਟੀਰੀਅਲ ਔਰ ਉਸਦੀ ਰੈਸਿਸਟੈਂਸ ਮੀਨਸ ਉਸ ਜੋ ਮਟੀਰੀਅਲ ਆਪਾਂ ਯੂਜ਼ ਕੀਤਾ ਉਹਦੀ ਆਪਣੀ ਰੈਸਿਸਟੈਂਸ ਕਿੰਨੀ ਹੈ। ਸੈਕੰਡ ਥਿੰਗ ਔਰ ਥਰਡ ਥਿੰਗ ਕਿ ਕਿੰਨੀ ਦੇਰ ਤੱਕ ਉਹ ਰੈਸਿਸਟਰ ਦੇ ਵਿੱਚੋਂ ਦੀ ਕਰੰਟ ਜਿਹੜਾ ਉਹ ਪਾਸ ਹੋ ਰਿਹਾ ਮੀਨਸ ਟਾਈਮ। ਔਰ ਤਿੰਨੋਂ ਚੀਜ਼ਾਂ ਬੇਟਾ ਐਸੀਆਂ ਜਿਹੜੀਆਂ ਅਸੀਂ ਪਿਛਲੇ ਆਪਣੇ ਲੈਕਚਰ ਦੇ ਵਿੱਚ ਪੜ੍ਹ ਕੇ ਹਟੇ ਆ ਉਹ ਸੀ ਜੌਲਸ ਲਾ ਆਫ ਹੀਟਿੰਗ। ਜੌਲਸ ਲਾ ਆਫ ਹੀਟਿੰਗ ਇਸ ਦੇ ਵਿੱਚ ਬੇਟਾ ਅਸੀਂ ਇਹ ਚੀਜ਼ ਪੜ੍ਹੀ ਸੀ I square into R into T। ਇਹ ਕਾਹਦਾ ਯੂਨਿਟ ਸੀ ਹੀਟ ਦਾ ਸੀ, ਹੀਟ ਦੀ ਵੈਲਿਊ ਸੀ ਇਹ। ਸੋ ਇਹਦਾ ਯੂਨਿਟ ਕੀ ਬਣਦਾ ਸੀ ਸਾਡੇ ਕੋਲ ਜੂਲ ਔਰ ਇਹ ਵੈਲਿਊ ਕਿਹਦੀ ਸੀ ਹੀਟ ਦੀ। ਦੇਅਰਫੋਰ ਕਿੰਨੀ ਦੇਰ ਤੱਕ ਉਸ ਵਾਇਰ ਦੇ ਵਿੱਚੋਂ ਦੀ ਕਰੰਟ ਫਲੋ ਕਰਦਾ ਪਿਆ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗਾ ਕਿਸ ਦੇ ਹੀਟ ਦੇ। ਉਸ ਵਾਇਰ ਦੇ ਵਿੱਚੋਂ ਦੀ ਕਿੰਨੀ ਦੇਰ ਤੱਕ ਉਹ ਕਿੰਨੀ ਟਾਈਮ ਲੱਗਾ ਹੈ ਉਸ ਦੇ ਵਿੱਚੋਂ ਲਗਾਤਾਰ ਕਰੰਟ ਨੂੰ ਪਾਸ ਹੁੰਦੇ ਆ ਉਹ ਹੈ ਉਹਦਾ ਟਾਈਮ। ਔਰ ਥਰਡ ਉਸ ਵਾਇਰ ਦੀ ਉਸ ਮਟੀਰੀਅਲ ਦੀ ਆਪਣੀ ਰੈਸਿਸਟੈਂਸ। ਸੋ ਇਹ ਤਿੰਨ ਚੀਜ਼ਾਂ ਨੇ ਬੇਟਾ ਸਾਡੇ ਕੋਲ ਔਰ ਤਿੰਨੇ ਚੀਜ਼ਾਂ ਕਿਸ ਦੇ ਅੰਦਰ ਆਉਂਦੀਆਂ ਜੌਲਸ ਲਾ ਆਫ ਹੀਟਿੰਗ। ਔਰ ਇਹ ਤਿੰਨੋਂ ਚੀਜ਼ਾਂ ਵਾਸਤੇ ਜੋ ਤਿੰਨੋਂ ਚੀਜ਼ਾਂ ਐਕਸਪਲੇਨ ਕੀਤੀਆਂ ਇਹ ਤਿੰਨੋਂ ਹੀ ਚੀਜ਼ਾਂ ਲਗਾਤਾਰ ਹੀਟ ਨੂੰ ਕੀ ਕਰਦੀਆਂ ਨੇ ਵਧਾਉਂਦੀਆਂ ਨੇ ਕਿਉਂਕਿ ਇਸੇ ਆਪਾਂ ਨੇ ਜੀ ਪੜ੍ਹੀ ਨਾ H ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਹੈ I square R into T। ਇਸ ਦੇ ਵੀ ਡਾਇਰੈਕਟਲੀ ਕਰੰਟ more will be heat, R more will be heat, time more and more will be heat। ਸੋ ਇਹ ਤਿੰਨ ਚੀਜ਼ਾਂ ਸੀ ਬੇਟਾ ਜਿਹੜਾ ਆਪਾਂ ਜੌਲਸ ਲਾ ਆਫ ਹੀਟਿੰਗ ਅਸੀਂ ਪਿਛਲੇ ਚੈਪਟਰ ਦੇ ਵਿੱਚ ਪੜ੍ਹਿਆ, ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਸੀ। ਔਰ ਉਹ ਤਿੰਨੇ ਚੀਜ਼ਾਂ ਆਪਾਂ ਪੂਰੀਆਂ ਵੈਰੀਫਾਈ ਹੁੰਦੀਆਂ ਇਲੈਕਟ੍ਰਿਕ ਆਇਰਨ ਦੇ ਵਿੱਚ ਵੀ। ਇਲੈਕਟ੍ਰਿਕ ਆਇਰਨ ਮੀਨਸ ਪ੍ਰੈਸ ਨੂੰ ਗਰਮ ਕਰਦੇ ਪਏ ਆ, ਕਰੰਟ ਕਿੰਨਾ ਫਲੋ ਹੋ ਰਿਹਾ, ਪ੍ਰੈਸ ਗਰਮ ਹੋ ਗਈ। ਸੈਕਿੰਡ ਉਸ ਜਿਹੜਾ ਉਹਦੇ ਵਿੱਚ ਮਟੀਰੀਅਲ ਯੂਜ਼ ਕੀਤਾ ਗਿਆ ਆ ਉਸ ਦੀ ਰੈਸਿਸਟੈਂਸ ਕਿੰਨੀ ਹੈ। ਸੈਕਿੰਡ ਥਰਡ ਕਿੰਨੀ ਦੇਰ ਤੱਕ ਪ੍ਰੈਸ ਚੱਲਦੀ ਰਹੀ ਹੈ ਉਹਦੇ ਨਾਲ ਹੀਟ ਜ਼ਿਆਦਾ। ਠੀਕ ਹੈ ਨਾ, ਹਲਕਾ ਜਿਹਾ ਪ੍ਰੈਸ ਨੂੰ ਔਨ ਕੀਤਾ, ਮਾੜਾ ਜਿਹਾ ਕੀਤਾ, ਮਾੜੀ ਜਿਹੀ ਗਰਮ ਹੈ, 20-25 ਮਿੰਟ ਤੱਕ ਲਗਾਤਾਰ ਆਪਾਂ ਗਰਮ ਕਰਕੇ ਰੱਖਿਆ ਹੀਟ ਮੋਰ ਹੋ ਗਈ। ਕਿਉਂ? ਕਿਉਂਕਿ ਟਾਈਮ ਕੀ ਹੋ ਗਿਆ ਸੀ ਮੋਰ ਐਂਡ ਉਹਦੇ ਨਾਲ ਕੀ ਹੋਇਆ H ਵੀ ਮੋਰ ਹੈ। ਟਾਈਮ ਮੋਰ ਤੇ H ਵੀ ਮੋਰ ਹੈ। ਸੈਕਿੰਡ ਇਲੈਕਟ੍ਰਿਕ ਟੋਸਟਰ ਸੇਮ ਚੀਜ਼ ਹੈ, ਇਲੈਕਟ੍ਰਿਕ ओवन, इलेक्ट्रिक कैटल और लास्ट है इलेक्ट्रिक हीटर। ये सब चीज़ें ने सब एप्लीकेशंस ने
ਜਿਹੜੀਆਂ ਕਿ ਇਲੈਕਟ੍ਰਿਕ ਕਰੰਟ ਅਗਰ ਕਿਸੇ ਵਾਇਰ ਦੇ ਵਿੱਚੋਂ ਫਲੋ ਕਰਦਾ ਤਾਂ ਹੀਟ ਦੇ ਰਿਹਾ, ਔਰ ਉਹ ਹੀਟ ਕਿੱਥੇ ਕਿੱਥੇ ਇਸਤੇਮਾਲ ਹੋ ਰਹੀ, ਕਿੱਥੇ ਕਿੱਥੇ ਯੂਜ਼ ਹੋ ਰਹੀ, ਕਿੱਥੇ ਕਿੱਥੇ ਦੀ ਐਪਲੀਕੇਸ਼ਨ ਆ ਰਹੀ ਹੈ, ਉਹ ਸਭ ਚੀਜ਼ਾਂ ਆਪਣੇ ਕੋਲ ਨੇ। ਔਰ ਇਹ ਸਭ ਚੀਜ਼ਾਂ ਕਿਸ ਦੇ ਉੱਪਰ ਬੇਸਡ ਨੇ? ਜੌਲਸ ਲਾ ਆਫ ਹੀਟਿੰਗ, ਜੋ ਕਿ ਸਾਨੂੰ ਇਹ ਦੱਸਦਾ ਹੈ, ਔਰ ਡਾਇਰੈਕਟਲੀ ਪ੍ਰੋਪੋਰਸ਼ਨਲ ਵਿਦ ਦ ਹੀਟ ਦੇ ਆ। ਸੋ H is directly proportional to I square into R into T। ਨੈਕਸਟ ਬੇਟਾ ਇਹ ਚੀਜ਼ ਆਪਾਂ ਪੜ੍ਹ ਲਈ। ਹੁਣ ਸਾਡੇ ਕੁਝ ਇੰਪੋਰਟੈਂਟ ਕੁਐਸਚਨਸ ਬਣਦੇ ਆ। ਇੱਕ ਮਿੰਟ, ਸਾਡੇ ਕੋਲ ਬੇਟਾ ਕੁਐਸਚਨਸ ਬਣਦੇ ਆ ਥੋੜੇ ਜਿਹੇ ਇੰਪੋਰਟੈਂਟ, ਔਰ ਉਹ ਕੁਐਸਚਨਸ ਕਿਹੜੇ ਹੁੰਦੇ ਆ? ਮੇਰਾ ਸਾਈਡ ਤੇ ਕਰ, ਔਰ ਉਹ ਸਾਡੇ ਕੋਲ ਬੇਟਾ ਜਿਹੜੇ ਕੁਐਸਚਨ ਬਣਦੇ ਹੋਣਗੇ ਉਹ ਕੁਐਸਚਨ ਕਿਹੜੇ ਆ? ਜਿਵੇਂ ਕਿ ਸਭ ਤੋਂ ਪਹਿਲੇ ਨੰਬਰ ਤੇ ਕੁਐਸਚਨ ਹੈ ਟੰਗਸਟਨ ਐਜ਼ ਆ ਫਿਲਾਮੈਂਟ ਵਾਈਟ। ਇੱਕ ਬਲਬ ਆ, ਆਪਾਂ ਪਿਛਲੇ ਚੈਪਟਰ ਦੇ ਵਿੱਚ ਵੀ, ਪਿਛਲਾ ਆਪਣੇ ਲੈਕਚਰ ਸੀ ਉਸ ਵੀ ਆਪਾਂ ਇਸ ਨੂੰ ਡਿਸਕਸ ਕੀਤਾ ਸੀ ਕਿ ਇੱਕ ਬਲਬ ਆ, ਬਲਬ ਦੇ ਵਿੱਚ ਜਿਹੜਾ ਫਿਲਾਮੈਂਟ ਹੁੰਦਾ ਉਹ ਕਿਸ ਦਾ ਬਣਿਆ ਹੁੰਦਾ? ਟੰਗਸਟਨ ਦਾ ਬਣਿਆ ਹੁੰਦਾ। ਟੰਗਸਟਨ ਦਾ ਹੀ ਕਿਉਂ ਬਣਿਆ? ਸਾਨੂੰ ਪਤਾ ਸੀ ਇੱਕ ਬਲਬ ਨੂੰ ਅਗਰ ਜਗਾਉਂਦੇ ਆ ਤਾਂ ਉਹਦਾ ਫਿਲਾਮੈਂਟ ਜਿਹੜਾ ਵਿੱਚ ਗਲੋ ਕਰਨ ਲੱਗ ਪੈਂਦਾ ਹੈ। ਠੀਕ ਹੈ, ਫਿਲਾਮੈਂਟ ਗਲੋ ਕਰਨ ਲੱਗ ਪਿਆ, ਇਹਦਾ ਮਤਲਬ ਉਹ ਹੀਟ ਦੇ ਰਿਹਾ, ਔਰ ਹੀਟ ਇੰਨੀ ਜ਼ਿਆਦਾ ਹੋ ਗਈ ਕਿ ਉਸ ਨੇ ਉਸ ਫਿਲਾਮੈਂਟ ਨੂੰ ਜਗਾਤਾ। ਪਹਿਲਾਂ ਤਾਂ ਹੀਟ ਦੇ ਰਿਹਾ ਬਲਬ, ਹੀਟ ਕੀ ਆ? ਹੀਟ ਇੰਨੀ ਜ਼ਿਆਦਾ ਹੋ ਜਾਂਦੀ ਕਿ ਬਲਬ ਦਾ ਬਾਹਰ ਜਿਹੜਾ ਫਿਲਾਮੈਂਟ ਉਹ ਜਗਣ ਲੱਗ ਪੈਂਦਾ। ਠੀਕ ਹੈ, ਸੋ ਦੇਅਰਫੋਰ ਕਰੰਟ ਪਹਿਲਾਂ, ਦੈਨ ਹੀਟ, ਐਂਡ ਦੈਨ ਉਹਦੇ ਵਿੱਚੋਂ ਕੀ ਆ ਗਿਆ? ਗਲੋ ਕਰਨ ਲੱਗ ਪਿਆ, ਲਾਈਟ એનર્ਜੀ ਫਿਰ ਪ੍ਰੋਡਿਊਸ ਹੋ ਗਈ। ਉਹ ਕਹਿ ਰਿਹਾ ਕਿ ਉਹ ਜਿਹੜਾ ਬਲਬ ਆ ਉਹ ਕਿਸ ਦਾ ਹੋਏਗਾ? ਉਹ ਟੰਗਸਟਨ ਤੋਂ ਬਣਿਆ। ਕਿਉਂ ਉਹ ਟੰਗਸਟਨ ਤੋਂ ਕਿਉਂ ਬਣਿਆ? ਕਿਉਂਕਿ ਟੰਗਸਟਨ ਦਾ ਕੀ ਹੁੰਦਾ ਬੇਟਾ? ਮੈਲਟਿੰਗ ਪੁਆਇੰਟ ਹਾਈ। ਤੇ ਨਾਰਮਲੀ ਕਿਸੇ ਹੋਰ ਚੀਜ਼ ਦਾ ਉਹ ਬਣਿਆ ਹੁੰਦਾ ਤਾਂ ਕੀ ਹੁੰਦਾ? ਕਿਸੇ ਹੋਰ ਮਟੀਰੀਅਲ ਦਾ ਬਣਿਆ ਹੁੰਦਾ। ਮੀਨਸ ਆਪਾਂ ਅਗਰ ਇੰਨੀ ਗੱਲ ਕਰਦੇ ਆ ਆਇਰਨ ਦਾ ਬਣਿਆ ਜਾਂ ਫਿਰ ਕਿਸੇ ਹੋਰ ਮਟੀਰੀਅਲ ਦਾ ਬਣਿਆ, ਕਰੰਟ ਪਾਸ ਕਰਨਾ। ਪਰ ਅਗਰ ਆਇਰਨ ਦਾ ਬਣਿਆ ਹੁੰਦਾ ਤਾਂ ਉਹਦੀ ਕੰਡਕਟਿਵਿਟੀ ਬਹੁਤ ਹਾਈ ਹੋਣੀ ਸੀ। ਕੰਡਕਟਿਵਿਟੀ ਹਾਈ, ਸਿਲਵਰ ਦੀ ਹਾਈ, ਕਾਪਰ ਦੀ ਹਾਈ, ਤਾਂ ਉਹਨੇ ਗਲੋ ਹੀ ਨਹੀਂ ਸੀ ਕਰੇਗਾ ਕਿਉਂਕਿ ਈਜ਼ੀਲੀ ਕਰੰਟ ਵਿੱਚੋਂ ਪਾਸ ਹੋਣਾ। ਉਹ ਕਰੰਟ ਨੂੰ ਵੀ ਤਾਂ ਆਬਸਟਰਕਸ਼ਨ ਦੇਣੀ ਨਾ, ਕਰੰਟ ਨੂੰ ਆਬਸਟਰਕਸ਼ਨ ਦੇਣੀ ਮੀਨਸ ਰੈਸਿਸਟੈਂਸ ਹਾਈ ਕਰਨੀ। ਸੋ ਦੇਅਰਫੋਰ ਇੱਕ ਐਸੇ ਮਟੀਰੀਅਲ ਦਾ ਬਣਿਆ ਹੋਵੇ ਜਿਹੜਾ ਕਿ ਮਿਕਸਚਰ ਹੋਵੇ ਦੋ ਤਿੰਨ ਚੀਜ਼ਾਂ ਦਾ। ਸੋ ਇੱਕ ਸਾਡੇ ਕੋਲ ਟੰਗਸਟਨ ਹੈ। ਟੰਗਸਟਨ ਇੱਕ ਐਸਾ ਮਟੀਰੀਅਲ ਆ ਜੋ ਕਿ ਇੱਕ ਅਲੋਏ ਹੈ, ਔਰ ਉਸ ਦਾ ਕੀ ਹੁੰਦਾ ਬੇਟਾ? ਹਾਈ ਮੈਲਟਿੰਗ ਪੁਆਇੰਟ ਉਹਦਾ ਹਾਈ ਹੁੰਦਾ। ਦੇਅਰਫੋਰ ਆਪਾਂ ਉਸ ਨੂੰ ਯੂਜ਼ ਕਰਦੇ ਆ। ਕਿਉਂ? ਕਿਉਂਕਿ ਉਹ ਅਗਰ ਲਾਈਟ ਕੋਈ ਬਲਬ ਗਲੋ ਕਰਦਾ ਪਿਆ, ਬਲਬ ਗਲੋ ਕਰੇਗਾ ਤਾਂ ਇਹਦਾ ਮਤਲਬ ਉਹ ਗਰਮ ਹੋ ਜਾਏਗਾ, ਤੇ ਜੇ ਉਹ ਗਰਮ ਹੋ ਰਿਹਾ ਆ ਤੇ ਉਹ ਕਿਤੇ ਉਹਦਾ ਫਿਲਾਮੈਂਟ ਟੁੱਟ ਨਾ ਜਾਵੇ, ਉਹ ਫਿਲਾਮੈਂਟ ਦਾ ਪਿਘਲ ਨਾ ਜਾਵੇ, ਉਹਦਾ ਫਿਲਾਮੈਂਟ ਜਿਹੜਾ ਮੈਲਟ ਨਾ ਹੋ ਜਾਏ। ਦੇਅਰਫੋਰ ਉਹ ਐਸੇ ਮਟੀਰੀਅਲ ਦਾ ਬਣਿਆ ਹੋਣਾ ਚਾਹੀਦਾ ਜਿਹਦਾ ਮੈਲਟਿੰਗ ਪੁਆਇੰਟ ਕੀ ਹੋਵੇ? ਹਾਈ। Therefore, ਆਪਾਂ tungsten use ਕਰਦੇ ਹਾਂ in the filament of a bulb because its resistance and its melting point is high. Resistivity high और melting point high. But resistivity ਨੂੰ ਆਪਾਂ ਇੰਨਾ ਫੈਕਟਰ ਨੂੰ ਮੇਨ ਕੰਸੀਡਰ ਨਹੀਂ ਕਰਦੇ ਕਿਉਂਕਿ as compared to other conductors, iron, copper, silver, ਇਹਦੀ resistance ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਜਿਹੜੇ ਤਿੰਨੋਂ ਨੇ ਉਹ ਬੈਸਟ ਕੰਡਕਟਰਸ ਨੇ। ਉਹਨਾਂ ਦੇ ਮੁਕਾਬਲੇ ਇਸ ਟੰਗਸਟਨ ਦੀ ਜ਼ਿਆਦਾ ਆ। ਦੇਅਰਫੋਰ ਇਹਨਾਂ ਤਿੰਨਾਂ ਦੇ ਮੁਕਾਬਲੇ ਉਹਦੀ ਜ਼ਿਆਦਾ ਆ। ਪਰ ਆਪਾਂ ਉਸ ਚੀਜ਼ ਦੇ ਉੱਪਰ ਧਿਆਨ ਨਹੀਂ ਦੇਣਾ। ਆਪਣਾ ਮੇਨ ਫੈਕਟਰ ਕਿਸ ਦੇ ਉੱਪਰ ਹੋਣਾ ਚਾਹੀਦਾ ਕਿ ਇਹਦਾ ਮੈਲਟਿੰਗ ਪੁਆਇੰਟ ਹਾਈ ਹੈ। ਗੱਲ ਸਮਝ ਲੱਗੀ? ਸਭ ਤੋਂ ਬੈਸਟ ਕੰਡਕਟਰ ਸਾਡੇ ਕੋਲ ਇਹ ਵੀ ਟੰਗਸਟਨ ਵੀ ਇੱਕ ਕੰਡਕਟਰ ਆ ਬਟ ਇਹ ਅਲੋਏ ਹੈ। ਠੀਕ ਹੈ ਨਾ, ਟੰਗਸਟਨ ਵੀ ਇੱਕ ਕੰਡਕਟਰ ਆ ਬਟ ਟੰਗਸਟਨ ਦੀ ਜਿਹੜੀ ਰੈਸਿਸਟਿਵਿਟੀ ਹੈ ਉਹ ਐਸ ਕੰਪੇਅਰ ਟੂ ਐਲੂਮੀਨੀਅਮ, ਸਿਲਵਰ ਜਾਂ ਕਾਪਰ ਹਾਈ ਹੈ। ਠੀਕ ਹੈ, ਇਹਦਾ ਮਤਲਬ ਆਪਾਂ ਇਹਨੂੰ ਯੂਜ਼ ਕਰਾਂਗੇ, ਥੋੜੀ ਆਬਸਟਰਕਸ਼ਨ ਕਰੰਟ ਨੂੰ ਆਏਗੀ ਕਿਉਂਕਿ ਜਿਸ ਦੀ ਰੈਸਿਸਟਿਵਿਟੀ ਜ਼ਿਆਦਾ ਹੋਊਗੀ ਉਹ ਆਲਰੇਡੀ ਆਪਣੇ ਆਪ ਚ ਹੀ ਕੀ ਕਰੂਗਾ? ਰੈਸਿਸਟੈਂਸ ਕ੍ਰੀਏਟ ਕਰੇਗਾ ਕਰੰਟ ਨੂੰ। ਤੇ ਅਗਰ ਕਰੰਟ ਨੂੰ ਰੈਸਿਸਟੈਂਸ ਆ ਰਹੀ ਹੈ, ਰੈਸਿਸਟਿਵਿਟੀ ਦਾ ਮਤਲਬ ਉਹਦੀ ਹਾਈ ਹੈ। ਦੇਅਰਫੋਰ ਰੈਸਿਸਟਿਵਿਟੀ ਹਾਈ ਹੋਣ ਦੇ ਨਾਲ ਵੀ ਕੀ ਹੋਗਾ? ਗਲੋ ਕਰੂਗਾ। ਔਰ ਸੈਕਿੰਡ ਚੀਜ਼, ਇਹਦਾ ਅਗਰ ਮੈਲਟਿੰਗ ਪੁਆਇੰਟ ਹਾਈ ਹੋਵੇ ਤਾਂ ਇਹਦਾ ਮਤਲਬ ਉਹ ਸਭ ਤੋਂ ਬੈਸਟ ਹੈ। ਸੋ ਦੇਅਰਫੋਰ ਦੋ ਚੀਜ਼ਾਂ ਬੇਟਾ ਆਪਾਂ ਧਿਆਨ ਚ ਰੱਖੀਆਂ ਕਿ ਇੱਕ ਟੰਗਸਟਨ ਦੀ ਮੈਲਟਿੰਗ ਪੁਆਇੰਟ ਹਾਈ ਹੈ ਔਰ ਅਗਰ ਤੁਸੀਂ ਸੈਕਿੰਡ ਪੁਆਇੰਟ ਰੈਸਿਸਟਿਵਿਟੀ ਹਾਈ ਲਿਖਦੇ ਤਾਂ ਵੀ ਕੋਈ ਗਲਤ ਨਹੀਂਗਾ। ਕਿਉਂ? ਨਾਲ ਪਰ ਵਰਡ ਇਹ ਜ਼ਰੂਰ ਯਾਦ ਰੱਖਣਾ ਕਿ ਐਸ ਕੰਪੇਅਰ ਟੂ ਐਲੂਮੀਨੀਅਮ, ਸਿਲਵਰ ਐਂਡ ਕਾਪਰ ਇਟਸ ਰੈਸਿਸਟਿਵਿਟੀ ਇਜ਼ ਹਾਈ। देयरफॉर इट इज यूज्ड in the filament of the bulb because its melting point is 33.80 degrees Celsius. It is so much high. Therefore, it will not melt at such high temperature. Up to such high temperature, therefore it is working or it is used as a tungsten in the filament of the bulb. Okay, are you getting my point? Next beta ਕੀ ਹੈ ਸਾਡੇ ਕੋਲ? Fuse is needed why? Second question ਸਾਡੇ ਕੋਲ ਬਣਦਾ ਕਿ fuse ਸਾਨੂੰ ਕਿਉਂ ਕੰਮ ਚ ਆਉਂਦਾ? Fuse ਦਾ ਕੰਮ ਕੀ ਹੈ? ਅਗਰ ਕਿਸੇ
ਮਟੀਰੀਅਲ ਨੂੰ ਆਪਾਂ ਚਲਾਉਣਾ ਹੈ, ਅਗਰ ਕਿਸੇ ਐਪਲੀਐਂਸ ਨੂੰ ਆਪਾਂ ਚਲਾਉਣੇ ਪਿਆ ਤੇ ਨਾਲ ਉਹਦੇ ਆਪਾਂ ਫਿਊਜ਼ ਲਗਾਉਂਦੇ ਪਿਆ, ਫਿਊਜ਼ ਲੱਗਦਾ ਕਿੱਥੇ ਪਿਆ, ਇਹ ਚੀਜ਼ ਦਾ ਆਪਣਾ ਧਿਆਨ ਰੱਖਣਾ। ਹਲਕਾ ਜਿਹਾ ਆਪਾਂ ਚੀਜ਼ ਯਾਦ ਕਰਦੇ ਹਾਂ। ਅਗਰ ਆ ਪੋਰਟ ਹੈ ਸਾਡੇ ਕੋਲ, ਆ ਸਾਡੇ ਕੋਲ ਕੀ ਹੈ, ਇੱਕ ਸੌਕਟ ਹੈ, ਇਸ ਦੇ ਵਿੱਚ ਦੋ ਟਰਮੀਨਲ ਵਾਲੀ ਵਾਇਰ ਲੱਗੇਗੀ, ਆ ਜਾ ਕੇ ਇਹਦੇ ਵਿੱਚ ਇਨਸਰਟ ਕਰਦੇ ਆ ਆਪਾਂ, ਠੀਕ ਹੈ। ਇਸ ਐਪਲੀਐਂਸ ਨੂੰ ਆਪਾਂ ਚਲਾਉਣਾ, ਕੋਈ ਐਪਲੀਐਂਸ ਹੈ ਸਾਡੇ ਕੋਲ, ਜਿਹੜੀ ਕਰੰਟ ਲੈ ਕੇ ਆ ਰਿਹਾ ਆ, ਮੀਨਸ ਆ ਪੋਜ਼ਿਟਿਵ ਤੇ ਕਰੰਟ ਆ ਰਿਹਾ, ਆ ਵਾਪਸ ਲੈ ਕੇ ਜਾਣਾ ਇਸਨੇ, ਤੇ ਜਿਹੜਾ ਲੈ ਕੇ ਆ ਰਿਹਾ ਉਸ ਦੇ ਉੱਪਰ ਕਨੈਕਟ ਕੀ ਹੋਣਾ ਚਾਹੀਦਾ, ਫਿਊਜ਼। ਯਾਦ ਰੱਖਣਾ, ਫਿਊਜ਼ is always connected in series with the live wire. So which is live wire? The wire which brings the current towards the appliance, which brings the current to the appliance, that wire is called live wire, which is having a current. Okay, so fuse is always connected on this live wire. Why? ये तो हो गया ना बेटा। क्यों नीड करते हैं, क्योंकि ਆਪਾਂ ਇਸ ਨੂੰ ਇਸ ਲਾਈਵ ਵਾਇਰ ਦੇ ਉੱਪਰ ਇਸ ਨੂੰ ਕਨੈਕਟ ਕਰਦੇ ਹਾਂ। ਕਿਉਂ ਕਰਦੇ ਹਾਂ, ਕਿਉਂਕਿ ਇਨ ਕੇਸ ਅਗਰ ਕਰੰਟ ਦਾ ਲੈਵਲ ਵੱਧ ਘੱਟ ਹੋ ਜਾਵੇ, ਘੱਟ ਤੇ ਕੋਈ ਪ੍ਰੋਬਲਮ ਨਹੀਂ, ਘੱਟ ਤੇ ਕੋਈ ਦਿੱਕਤ ਨਹੀਂ ਆਏਗੀ। ਅਗਰ ਕਰੰਟ ਅਨਡਲੀ ਕਰੰਟ ਮੀਨਸ ਅਨਵਾਂਟਡ ਕਰੰਟ, ਇੱਕਦਮ ਕਰੰਟ ਦਾ ਲੈਵਲ ਵੱਧ ਜਾਵੇ ਤਾਂ ਕੀ ਹੋਏਗਾ, ਇਹ ਜਿਹੜਾ ਫਿਊਜ਼ ਹੈ ਇਹ ਪਿਘਲ ਜਾਏਗਾ, ਇਹ ਮੈਲਟ ਹੋ ਜਾਏਗਾ। ਅਗਰ ਇਹ ਫਿਊਜ਼ ਜਿਹੜਾ ਇਹ ਮੈਲਟ ਕਰ ਗਿਆ ਤਾਂ ਜਿਹੜਾ ਕਰੰਟ ਅੱਗੇ ਜਾਣਾ ਸੀ ਉਹ ਸਟਾਪ ਹੋ ਗਿਆ। ਸੋ ਐਪਲੀਐਂਸ ਜਿਹੜਾ ਸਾਡਾ ਹੈ ਉਹ ਸੇਫ ਰਹੇਗਾ। Therefore, fuse is always connected in series with the appliance and it is always connected on live wire. Okay, it is always connected on live wire. So this is the first funda. Why fuse is needed? Because to prevent any unduly current to enter into the appliance, we use a fuse. And second thing is how it is connected, because it is, they are saying that how it is connected is it is connected in series with the appliance. Okay, are you getting my point? And this is the way why we are using a fuse. Second is how connected, that we did, ਆਪਾਂ ਕਰ ਚੁੱਕੇ ਹਾਂ ਬੇਟਾ। ਇਹ ਕਨੈਕਟ ਕਿੱਦਾਂ ਹੁੰਦਾ, ਸੀਰੀਜ਼ ਦੇ ਵਿੱਚ ਕਨੈਕਟ ਹੁੰਦਾ। ਓਕੇ, ਪ੍ਰਿਪੇਅਰ ਕਿੱਦਾਂ ਕੀਤਾ ਜਾਂਦਾ ਹੈ, ਇਹ ਬੜਾ ਅੱਛੀ ਚੀਜ਼ ਹੈ, ਕਿਉਂਕਿ ਇੱਥੋਂ ਆਪਾਂ ਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਫਿਊਜ਼ ਦਾ ਜਿਹੜਾ ਮੈਲਟਿੰਗ ਪੁਆਇੰਟ ਕੀ ਹੁੰਦਾ। ਇੱਕ ਥਿਨ ਵਾਇਰ ਹੁੰਦੀ ਬੇਟਾ ਫਿਊਜ਼, ਤੁਸੀਂ ਘਰਾਂ ਵਿੱਚ ਵੇਖਿਆ ਹੋਣਾ, ਇੱਕ ਥਿਨ ਜੀ ਵਾਇਰ ਆ ਫਿਊਜ਼। ਜਿਸ ਵੀ ਵਾਇਰ ਦੇ ਉੱਪਰ ਚਲਾਉਣਾ, ਮੰਨ ਲਓ ਆਹ ਵਾਇਰ ਆ, ਇਹ ਵਾਲੀ ਜਿਹੜੀ ਵਾਇਰ ਆ, ਇਸ ਵਾਇਰ ਦਾ ਕੋਈ ਮੈਲਟਿੰਗ ਪੁਆਇੰਟ ਹੋਏਗਾ, ਠੀਕ ਹੈ। ਜਾਂ ਕਹਿ ਸਕਦੇ ਆ ਕਿ ਇਸ ਵਾਇਰ ਦਾ ਅਗਰ ਮੰਨ ਲਿਆ ਸੀ ਕਿ ਬੇਟਾ ਜੀ ਕਿ ਇਸ ਵਾਇਰ ਦਾ ਮੈਲਟਿੰਗ ਪੁਆਇੰਟ ਅਪਰੋਕਸੀਮੇਟਲੀ ਮੰਨਦੇ ਆ ਕਿ ਇੱਕ ਵਾਇਰ ਆ ਉਹਦਾ ਮੈਲਟਿੰਗ ਪੁਆਇੰਟ ਹੈਗਾ ਜੀ 80 ਡਿਗਰੀ ਸੈਲਸੀਅਸ। ਐਗਜ਼ਾਮਪਲ ਲੈ ਰਹੇ ਆ ਕਿ ਆਹ ਵਾਲੀ ਇੱਕ ਵਾਇਰ ਪਾਈ ਹੋਈ ਆ, ਇਹ ਜਿਹੜੀ ਵਾਇਰ ਮੈਂ ਪਾਈ ਆ ਇਹ ਕਾਪਰ ਦੀ ਵਾਇਰ ਆ, ਇਸ ਦਾ ਮੈਲਟਿੰਗ ਪੁਆਇੰਟ ਹੈ 80 ਡਿਗਰੀ ਸੈਲਸੀਅਸ। ਜਿਹੜਾ ਮੈਂ ਇਹਦੇ ਉੱਪਰ ਫਿਊਜ਼ ਲਗਾ ਰਿਹਾ ਵਾਂ ਉਹਦਾ ਲੈਵਲ ਕੀ ਹੋਣਾ ਚਾਹੀਦਾ, ਉਸ ਦਾ ਟੈਂਪਰੇਚਰ ਕਿੰਨਾ ਹੋਣਾ ਚਾਹੀਦਾ। ਪਹਿਲਾਂ ਟੈਂਪਰੇਚਰ ਸਮਝਦੇ ਫਿਰ ਕਰੰਟ ਤੇ ਚੱਲਾਂਗੇ ਆਪਾਂ ਕਿ ਉਸ ਦਾ ਟੈਂਪਰੇਚਰ ਕਿੰਨਾ ਹੋਣਾ ਚਾਹੀਦਾ। ਉਹ ਜੇਕਰ ਇਹ ਵਾਲੀ ਵਾਇਰ ਵਿੱਚੋਂ ਕਰੰਟ ਪਾਸ ਹੁੰਦਿਆਂ ਹੁੰਦਾ ਵਾਇਰ ਇੰਨੀ ਡਿਗਰੀ ਤੱਕ ਗਰਮ ਹੋ ਜਾਵੇ ਤੇ ਵਾਇਰ ਬ੍ਰੇਕ ਹੋ ਜਾਏਗੀ, ਤਾਂ ਮਤਲਬ ਇਸ ਤੋਂ ਲੈਸ ਤੱਕ ਹੋਣਾ ਚਾਹੀਦਾ। ਜਿਹੜਾ ਆਪਣੇ ਕੋਲ ਬੇਟਾ ਇਹ ਵਾਲਾ ਹੈ, ਇਹ ਵਾਲਾ ਇਹ ਕਰੰਟ ਜਿਹੜਾ ਹੈ, ਜਿਹੜਾ ਆਪਣੇ ਕੋਲ ਫਿਊਜ਼ ਯੂਜ਼ ਕਰਦੇ ਪਏ ਆ, ਫਿਊਜ਼ ਵੀ ਇਹਦੇ ਅਪਰੋਕਸੀਮੇਟਲੀ ਲਾਗੇ ਛਾਗੇ ਹੀ ਹੋਣਾ ਚਾਹੀਦਾ ਮੈਲਟਿੰਗ ਪੁਆਇੰਟ। ਕਿਉਂ, ਕਿਉਂਕਿ ਇਨ ਕੇਸ ਕਰੰਟ ਦਾ ਲੈਵਲ ਹਾਈ ਆ ਜਾਵੇ, ਕਰੰਟ ਦਾ ਲੈਵਲ ਆ ਜਾਵੇ ਹਾਈ, ਜੇ ਕਰੰਟ ਮੰਨ ਲਓ ਆਪਾਂ ਕਹਿ ਰਹੇ ਹਾਂ ਕਿ ਕਰੰਟ ਜਿਹੜਾ ਦੇ ਵਿੱਚ, ਕਿਉਂਕਿ ਸਾਨੂੰ ਇੰਨੀ ਗੱਲ ਦਾ ਪਤਾ ਅਗਰ ਕਰੰਟ ਵੱਧ ਜਾਵੇ ਤਾਂ ਵਾਇਰ ਗਰਮ ਹੋ ਜਾਂਦੀ ਹੈ। ਸੋ ਕਰੰਟ ਦੇ ਇਨਕਰੀਜ਼ ਹੋਣ ਦੇ ਨਾਲ ਟੈਂਪਰੇਚਰ ਵੀ ਇਨਕਰੀਜ਼ ਹੋ ਜਾਂਦਾ ਹੈ। ਅਗਰ ਆਪਾਂ ਇੰਨੀ ਗੱਲ ਕਹਿੰਦੇ ਆ ਕਿ ਇਸ ਵਾਇਰ ਦੇ ਵਿੱਚੋਂ ਦੀ ਕਰੰਟ ਜਿਹੜਾ ਪਾਸ ਹੋ ਰਿਹਾ ਉਹ ਪਾਸ ਹੁੰਦਾ ਹੋਏਗਾ 5 ਐਂਪੀਅਰ, ਆਪਾਂ ਇੰਨੀ ਗੱਲ ਪੜ੍ਹਦੇ ਪਏ ਆ ਕਿ 5 ਐਂਪੀਅਰ ਲਗਾਤਾਰ ਇਸ ਵਾਇਰ ਦੇ ਵਿੱਚੋਂ ਦੀ ਕਰੰਟ ਜਿਹੜਾ ਪਾਸ ਹੋ ਰਿਹਾ ਹੈ ਸਾਰੇ ਡਿਵਾਈਸਸ ਨੂੰ ਚਲਾਉਣ ਵਾਸਤੇ, ਤਾਂ ਜਿਹਦਾ ਟੈਂਪਰੇਚਰ ਔਰ ਉਸ ਦੇ ਨਾਲ ਵੀ ਟੈਂਪਰੇਚਰ ਵੀ ਹਾਈ ਹੁੰਦਾ ਹੋਏਗਾ। ਜੇ ਕਰੰਟ ਪਾਸ ਤੇ ਟੈਂਪਰੇਚਰ ਹਾਈ ਹੋਏਗਾ, ਹੀਟ ਪ੍ਰੋਡਿਊਸ ਹੋਏਗੀ। ਅਗਰ ਕਹਿੰਦੇ ਹੋ 5 ਐਂਪੀਅਰ ਦਾ ਕਰੰਟ ਇਸ ਵਾਇਰ ਦੇ ਵਿੱਚੋਂ ਦੀ ਪਾਸ ਹੋ ਕੇ ਜਾ ਰਿਹਾ ਹੈ, ਤਾਂ ਜਿਹੜਾ ਫਿਊਜ਼ ਇਹਦੇ ਉੱਪਰ ਬੇਟਾ ਕਨੈਕਟ ਹੋਣਾ ਚਾਹੀਦਾ ਹੈ ਉਹ ਕਿੰਨਾ ਹੋਣਾ ਚਾਹੀਦਾ, 5.25 ਜਾਂ ਅਪਰੋਕਸੀਮੇਟਲੀ 5 ਦੇ ਲਾਗੇ ਛਾਗੇ ਹੋਣਾ ਚਾਹੀਦਾ। ਬਟ 5 ਤੋਂ ਲੈਸ ਦੈਨ 5 ਨਹੀਂ ਹੋਣਾ ਚਾਹੀਦਾ। ਕਿਉਂ, ਇੱਕ ਵਾਇਰ ਹੈ ਉਹ ਚੋਂ ਕਰੰਟ ਪਾਸ ਹੋ ਰਿਹਾ ਹੈ,
ਆਪਾਂ ਕਹਿ ਰਹੇ ਹਾਂ ਕਿ ਜਿਹੜੇ ਵੀ ਡਿਵਾਈਸਿਸ ਆਪਾਂ ਚਲਾਉਣੇ ਆ ਉਹ ਹਰ ਇੱਕ ਡਿਵਾਈਸ 5 ਐਂਪੀਅਰ ਤੇ ਚੱਲਦੇ ਆ। 5 ਐਂਪੀਅਰ ਦਾ ਕਰੰਟ ਚਾਹੀਦਾ ਹਰ ਇੱਕ ਡਿਵਾਈਸ ਨੂੰ ਚਲਾਉਣ ਲਈ। ਬਲਬ ਹੋ ਗਿਆ, ਪੱਖਾ ਹੋ ਗਿਆ, ਮੰਨ ਲਿਆ ਆਪਾਂ। ਜੇ ਮੈਂ ਫਿਊਜ਼ ਉਹਦੇ ਵਿੱਚ ਜਿਹੜਾ ਕਨੈਕਟ ਕੀਤਾ ਉਹਦੀ ਵੈਲਿਊ ਉਸ ਜਿਹੜੀ ਵਾਇਰ ਵਿੱਚ ਮੈਂ ਲਗਾਈ ਹੈ ਫਿਊਜ਼ ਵਾਇਰ ਦੀ, ਉਹ ਅਗਰ 5 ਐਂਪੀਅਰ ਦੇ ਕਰੰਟ ਤੋਂ ਘੱਟ ਦੀ ਵਾਇਰ ਆ ਤਾਂ ਫਿਰ ਕੀ ਹੋਏਗਾ? ਉਹ ਤਾਂ ਲਗਾਤਾਰ ਮੈਲਟ ਹੁੰਦੀ ਰਹੇ ਕਰੇਗੀ। ਸਮਝੇ ਬਾਤ? ਉਹ ਤਾਂ ਲਗਾਤਾਰ ਮੈਲਟ ਹੁੰਦੀ ਰਹੇ ਕਰੇਗੀ। देयरफॉर ਸਾਨੂੰ ਫਿਊਜ਼ ਜਿਹੜੀ ਵਾਇਰ ਵਿੱਚ ਕਨੈਕਟ ਕਰਨੀ ਉਹ ਕੀ ਹੋਣੀ ਚਾਹੀਦੀ? ਥੋੜੀ ਜਿਹੀ 5 ਐਂਪੀਅਰ ਤੋਂ ਉੱਪਰ। ਇਹ ਵੀ ਨਹੀਂ ਕਿ 7-8 ਹੋਵੇ। 7-8 ਹੋਏਗਾ ਤਾਂ ਕੀ ਹੋਏਗਾ? ਅਭੀ ਆਪਾਂ ਪੜ੍ਹਦੇ ਹਾਂ। ਮੰਨ ਲਿਆ ਕਿ 5 ਤੋਂ ਥੋੜੀ ਜਿਹੀ ਉੱਪਰ ਮੀਨਸ 5.5, 5.10, 5.2 ਜਾਂ ਵੱਧ ਤੋਂ ਵੱਧ 6। ਠੀਕ ਹੈ, ਇੰਨੇ ਕਿਤੇ ਲੱਗੇ ਉਹਦੇ ਕੰਪੈਰੀਟਿਵ ਲੈਵਲ ਦੀ ਹੋਣੀ ਚਾਹੀਦੀ ਹੈ ਫਿਊਜ਼ ਵਾਇਰ ਦਾ। ਫਿਊਜ਼ ਵਾਇਰ ਦਾ ਕੀ ਕਰੰਟ ਰੇਟਿੰਗ ਉਹ ਇੰਨੇ ਕੁ ਤੱਕ ਦਾ ਹੋਣਾ ਚਾਹੀਦਾ। 5 ਤੋਂ ਥੋੜਾ ਜਿਹਾ ਉੱਪਰ ਜਾਂ ਵੱਧ ਤੋਂ ਵੱਧ ਜਾਂ ਮੈਕਸਿਮਮ 6 ਤੋਂ ਥੱਲੇ ਥੱਲੇ ਹੋਣਾ ਚਾਹੀਦਾ। ਇਸ ਤੋਂ ਥੱਲੇ ਥੱਲੇ, ਇਸ ਤੋਂ ਉੱਪਰ ਨਹੀਂ। ਕਿਉਂ? ਕਿਉਂਕਿ ਅਗਰ लो करंट आਉਂਦਾ ਤਾਂ ਕੋਈ ਦਿੱਕਤ ਨਹੀਂ ਹੈਗੀ ਐਪਲੀਐਂਸ ਨੂੰ। ਐਪਲੀਐਂਸ ਦੀ ਕੋਈ ਪ੍ਰੋਬਲਮ ਨਹੀਂ ਆਉਣੀ। ਅਗਰ ਵੱਧ ਹੋ ਜਾਵੇ ਤਾਂ ਕੀ ਹੋਏਗਾ? ਇੱਥੋਂ ਵਾਇਰ ਜਿਹੜੀ ਏ ਇਹਦੇ ਵਿੱਚੋਂ ਤੇ ਇਹਨੇ ਕਰੰਟ ਆਪਣੇ ਆਪ ਆਟੋਮੈਟਿਕਲੀ ਪਾਸ ਕਰਾਉਣਾ, ਕਿਉਂਕਿ 5 ਐਂਪੀਅਰ ਐਪਲੀਐਂਸ ਨੂੰ ਕੀ ਚਾਹੀਦਾ? 5 ਐਂਪੀਅਰ ਦਾ ਕਰੰਟ ਚਾਹੀਦਾ ਚਲਾਉਣ ਵਾਸਤੇ। ਠੀਕ ਹੈ, ਅਗਰ ਮੰਨ ਲਓ 5 ਤੋਂ ਉੱਪਰ ਦਾ ਕਰੰਟ ਆ ਗਿਆ ਮੀਨਸ ਕਰੰਟ ਕਿੰਨੇ ਦਾ ਆ ਗਿਆ? 6 ਦਾ ਆ ਗਿਆ। ਉਹਦੇ 5 ਐਂਪੀਅਰ ਕਿਹਦੇ ਵਾਸਤੇ ਸੀ? ਡਿਵਾਈਸ ਨੂੰ ਚਲਾਉਣ ਵਾਸਤੇ। अगर 5 ਤੋਂ ਉੱਪਰ ਦਾ ਕਰੰਟ ਮੰਨ ਲਓ 6 ਦਾ ਆ ਗਿਆ ਤਾਂ 6 ਦਾ ਕਰੰਟ ਇੱਧਰ ਦੀ ਆਉਣਾ, ਐਪਲੀਐਂਸ ਤੱਕ ਪਹੁੰਚਣਾ ਆ ਜੀ। ਉਸ ਤੋਂ ਪਹਿਲਾਂ ਉਹ ਕਿੱਥੋਂ ਹੋ ਕੇ ਜਾਏਗਾ? ਫਿਊਜ਼ ਵਿੱਚੋਂ ਦੀ। ਤੇ ਫਿਊਜ਼ ਵਿੱਚ ਅਗਰ 6 ਐਂਪੀਅਰ ਦਾ ਕਰੰਟ ਗਿਆ ਤੇ ਇਹ ਪਿਘਲ ਜਾਣਾ, ਤੇ ਪਿਘਲ ਜਾਣਾ ਡਿਵਾਈਸ ਕੀ ਗਿਆ? ਬਚ ਗਿਆ। देयरफॉर ਜਿੰਨੇ ਐਂਪੀਅਰ ਕਰੰਟ ਚਾਹੀਦਾ ਹੁੰਦਾ ਐਪਲੀਐਂਸ ਨੂੰ ਉਸ ਤੋਂ ਥੋੜੇ ਜੇ ਉੱਪਰ ਦੇ ਲੈਵਲ ਦਾ ਕਰੰਟ ਕਾਦੇ ਵਾਸਤੇ ਯੂਜ਼ ਹੋਣਾ ਚਾਹੀਦਾ? ਉਸ ਤੋਂ ਥੋੜੇ ਜੇ ਉੱਪਰ ਲੈਵਲ ਦਾ ਐਂਪੀਅਰ ਤੱਕ ਦੇ ਕਰੰਟ ਦਾ ਜਿਹੜਾ ਆਪਣਾ ਫਿਊਜ਼ ਆ ਉਹ ਆਪਾਂ ਨੂੰ ਲਗਾਉਣਾ ਚਾਹੀਦਾ। ਉਸ ਤੋਂ ਜ਼ਿਆਦਾ ਉੱਪਰ ਦਾ ਵੀ ਨਹੀਂ ਤੇ ਉਸ ਤੋਂ ਘੱਟ ਦਾ ਵੀ ਨਹੀਂ। ਘੱਟ ਵਾਲਾ ਹੋਏਗਾ ਤੇ ਬਾਰ-ਬਾਰ ਮੈਲਟ ਹੁੰਦਾ ਰਹੇ ਕਰੇਗਾ। ਉਹ ਮੈਲਟ ਹੁੰਦਾ ਰਹੇ ਕਰੇਗਾ ਤੇ ਡਿਵਾਈਸ ਕਿੱਥੋਂ ਚੱਲ ਪਏਗਾ? ਓਕੇ, ਕਿਉਂਕਿ ਫਿਰ ਤਾਂ ਇਸ ਤੱਕ ਕਰੰਟ ਪਹੁੰਚਣਾ ਹੀ ਨਹੀਂ, ਤਾਂ ਲਗਾਤਾਰ ਪਿਘਲਦੇ ਰਹਿਣਾ ਕਰਨਾ। ਤੇ ਜੇ ਜ਼ਿਆਦਾ ਬਹੁਤ ਜ਼ਿਆਦਾ, ਜੇ ਮੰਨ ਲਓ ਅਸੀਂ 10 ਐਂਪੀਅਰ ਦਾ ਲਗਾਤਾ, ਇਹ ਡਿਵਾਈਸ ਜਿਹੜਾ ਆ 5 ਐਂਪੀਅਰ ਤੇ ਚੱਲਦਾ, ਜੇ ਮੈਕਸਿਮਮ 6 ਤੱਕ ਵੀ ਚੱਲੇਗਾ, ਇੰਨੀ ਮਾਰ ਚੱਲੇਗਾ ਇਹ। ਤੇ ਜੇਕਰ 6 ਐਂਪੀਅਰ ਦਾ ਕਰੰਟ ਇੱਕੋ ਆ ਗਿਆ ਜਾਂ 7 ਦਾ ਆ ਗਿਆ, ਇਹ ਸੜ ਜਾਣਾ ਤਾਂ ਫਿਊਜ਼ ਨੂੰ ਬਚਾ ਕੇ ਕੀ ਕਰਾਂਗੇ? ਸਮਝੇ ਬਾਤ? ਸੋ देयरफॉर ਆਪਣਾ ਨੂੰ ਕੀ ਹੋਣਾ ਚਾਹੀਦਾ ਕਿ ਜਿਹੜਾ ਫਿਊਜ਼ ਹੋਵੇ ਉਹ ਕੰਪੈਰੀਟਿਵ ਲੈਵਲ ਦਾ ਹੋਵੇ। ਜਿੰਨੇ ਲੈਵਲ ਦਾ ਡਿਵਾਈਸ ਦਾ ਆਪਣਾ ਕਰੰਟ ਹੈ ਉਹ ਕਿੰਨੇ ਲੈਵਲ ਤੇ ਚੱਲਦਾ ਪਿਆ ਹੈ ਡਿਵਾਈਸ ਜਿਸ ਨੂੰ ਆਪਾਂ ਚਲਾਉਣਾ, ਜਿਸ ਐਪਲਾਇੰਸ ਨੂੰ ਆਪਾਂ ਚਲਾਉਣਾ ਹੈ, ਉਸ ਤੋਂ ਥੋੜੇ ਜਿਹੇ ਉੱਪਰ ਲੈਵਲ ਦਾ ਫਿਊਜ਼ ਆਪਾਂ ਨੂੰ ਵਰਤਣਾ ਪੈਣਾ। ਓਕੇ, ਪ੍ਰਪੇਅਰ ਕੀਤਾ ਹੋਇਆ ਥਿਨ ਵਾਇਰ ਜਿਹਦਾ ਮੈਲਟਿੰਗ ਪੁਆਇੰਟ ਕੀ ਹੋਵੇ? ਐਪਲੀਐਂਸ ਦੇ ਮੈਲਟਿੰਗ ਪੁਆਇੰਟ ਤੋਂ ਥੋੜਾ ਜਿਹਾ ਉੱਪਰ ਦਾ। ਜਾਂ ਇਹ ਮੈਲਟਿੰਗ ਪੁਆਇੰਟ ਵਰਡ ਵੀ ਨਹੀਂ ਬੋਲਣਾ ਆਪਾਂ, ਇੰਨੀ ਗੱਲ ਕਹਿਣੀ ਹੈ ਕਿ ਇਹਦਾ ਮੈਲਟਿੰਗ ਇਹਦਾ ਜੋ ਐਂਪੀਅਰ ਰੇਟਿੰਗ ਹੈ ਉਹ ਕੀ ਹੋਵੇ? ਇਸ ਦੇ ਰੇਟਿੰਗ ਨਾਲੋਂ ਥੋੜੀ ਜਿਹੀ ਉੱਪਰ, ਜਿੰਨੇ ਦੇ ਡਿਵਾਈਸ ਚੱਲਦਾ ਪਿਆ ਉਸ ਤੋਂ ਥੋੜੀ ਜਿਹੀ ਉੱਪਰ। ਠੀਕ ਹੈ, ਤੇ ਮੈਲਟਿੰਗ ਵਰਡ ਕੀ ਹੋਣਾ ਚਾਹੀਦਾ? ਮੈਲਟਿੰਗ ਪੁਆਇੰਟ ਕੀ ਹੋਣਾ ਚਾਹੀਦਾ? ਫਿਊਜ਼ ਦਾ ਲੋ ਹੋਣਾ ਚਾਹੀਦਾ। ਜਿੰਨਾ ਲੋ ਹੋਏਗਾ ਉਨਾ ਚੰਗਾ। फिर मैं वर्ड बता दोबारा बोल रहे हैं क्योंकि शायद चीज मेल्टिंग पॉइंट वाली वर्डिंग पहला बोलने में स्किप हो गई होवे। मेल्टिंग पॉइंट फ्यूज का हमेशा की होना चाहिए? लो होना चाहिए, ताकि इन केस हल्का जिहा भी करंट का लैवल वध जाए तो फ्यूज पिघल जाए। बहुता लो भी नहीं बट लो होना चाहिए। ठीक है कि जो मेल्ट करे, जो मान लो सानू इन्नी गल पता लगा अगर थोड़ा बहुत करंट आराम आ रहा मेल्ट नहीं हो रहा ठीक है, पर जो मेल्ट करने लग पाए नाले पिघल जाए, इसका मतलब उस वेले अंडरली करंट ਨੂੰ ਉਸੇ ਵੇਲੇ ਸਟਾਪ ਹੋ ਜਾਵੇ। देयरफॉर ਆਪਾਂ ਨੂੰ ਕੀ ਹੈ? ਫਿਊਜ਼ ਦਾ ਮੈਲਟਿੰਗ ਪੁਆਇੰਟ ਕੀ ਹੋਣਾ ਚਾਹੀਦਾ? ਲੋ ਹੋਣਾ ਚਾਹੀਦਾ। ਤੇ ਉਹ ਪ੍ਰਿਪੇਅਰ ਕੀਤਾ ਹੋਵੇ ਕਿ ਥਿਨ ਵਾਇਰ ਹੁੰਦੀ ਹੈ ਜਿਹਦਾ ਮੈਲਟਿੰਗ ਪੁਆਇੰਟ ਕੀ ਹੁੰਦਾ? ਲੋ, ਔਰ ਉਸ ਦਾ ਜਿਹੜਾ ਕਰੰਟ ਰੇਟਿੰਗ ਹੈ ਉਹ ਕਿੰਨੀ ਹੋਣੀ ਚਾਹੀਦੀ? ਕੰਪੈਰੀਟਿਵ ਹੋਣੀ ਚਾਹੀਦੀ ਕਿਸ ਦੇ ਨਾਲ? ਜਿਸ ਅਪਲਾਇੰਸ ਨੂੰ ਆਪਾਂ ਚਲਾਉਣਾ ਹੈ, ਔਰ ਉਸ ਅਪਲਾਇੰਸ ਦੇ ਕਰੰਟ ਰੇਟਿੰਗ ਤੋਂ ਥੋੜੀ ਜੀ ਉੱਪਰ ਹੋਣੀ ਚਾਹੀਦੀ ਹੈ, ਘੱਟ ਨਹੀਂ। ठीक है, नेक्स्ट आ रहा है बेटा करंट रेटिंग। आप समझ ली करंट रेटिंग की होंगी ਜਿਹੜੇ ਆਪਣੇ ਘਰਾਂ ਵਿੱਚ ਸਾਰੇ ਫਿਊਜ਼ ਲੱਗੇ ਹੋਣਗੇ ਉਹ ਕਿੰਨੇ ਕਿੰਨੇ ਰੇਟਿੰਗ ਦੇ ਹੋ ਸਕਦੇ ਆ? 1 ਐਂਪੀਅਰ ਦਾ ਹੋ ਸਕਦਾ, 2 ਦਾ ਹੋ ਸਕਦਾ, 3 ਦਾ ਹੋ ਸਕਦਾ, 5 ਐਂਪੀਅਰ ਦਾ ਹੋ ਸਕਦਾ, 6 ਦਾ ਹੋ ਸਕਦਾ, 10 ਦਾ ਹੋ ਸਕਦਾ। ਇਹ ਸਭ ਕਰੰਟ ਰੇਟਿੰਗਸ ਨੇ ਕਿ ਫਿਊਜ਼ ਸਾਡੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਲੈਵਲ ਤੱਕ ਦੇ ਸਾਡੇ ਕੋਲ ਮੌਜੂਦ ਨੇ, ਸਾਡੇ ਕੋਲ ਪਏ ਹੋਏ ਨੇ। ਓਕੇ, ਇਹ ਸਭ ਚੀਜ਼ਾਂ ਹੋ ਗਈਆਂ ਬੇਟਾ ਆਪਣੇ ਕੋਲ ਪੂਰਾ एप्लीएंसिस दे बारे नॉलेज। नेक्स्ट आ रहा है बेटा साडे कोल कमर्शियल यूनिट्स ऑफ इलेक्ट्रिक करंट।
ਔਰ ਇਸ ਨੂੰ ਆਪਾਂ ਅਗਰ ਪੜ੍ਹਨਾ ਬੇਟਾ ਤੇ ਇਹਦੇ ਵਿੱਚ ਕੀ ਹੋਣਾ, ਜਿਹੜਾ ਕਮਰਸ਼ੀਅਲ ਯੂਨਿਟ ਮੀਨਸ ਜੋ ਘਰਾਂ ਦੇ ਵਿੱਚ ਸਾਡੇ ਕੋਲ ਬੇਟਾ ਬਿੱਲ ਵਗੈਰਾ ਜਨਰੇਟ ਹੁੰਦੇ ਆ, ਉਹਨਾਂ ਬਿਲਸ ਨੂੰ, ਉਹ ਬਿਲਸ ਦਾ ਯੂਨਿਟ ਕੀ ਹੈ, ਜੋ ਸਾਡੇ ਕੋਲ ਕਿਸ ਚੀਜ਼ ਨੂੰ ਦੇਖੀਏ ਕਿ ਸਾਡੇ ਇੰਨੀ ਚੀਜ਼ ਯੂਜ਼ ਹੋ ਗਈ ਹੈ ਤੇ ਇਹਦੇ ਅਕੋਰਡਿੰਗਲੀ ਸਾਡਾ ਬਿੱਲ ਬਣੇਗਾ, ਉਹ ਯੂਨਿਟ ਕੀ ਹੈ ਸਾਡੀ એનર્ਜੀ ਦਾ, ਇਲੈਕਟ੍ਰਿਕ એનર્ਜੀ ਦਾ ਯੂਨਿਟ ਕੀ ਹੈ ਬੇਟਾ, ਉਹ ਯੂਨਿਟ ਕਿਹੜਾ ਹੈ, ਉਹ ਯੂਨਿਟ ਹੈ ਖੁਦ ਇਟਸੈਲਫ ਯੂਨਿਟ। ਕੀਵਰਡ ਬੋਲਦੇ ਨਾ ਆਪਾਂ ਘਰਾਂ ਵਿੱਚ, ਯਾਰ ਇੰਨੀਆਂ ਯੂਨਿਟਾਂ ਆਪਾਂ ਯੂਜ਼ ਕਰ ਲਈਆਂ, ਇੰਨੀਆਂ ਯੂਨਿਟਾਂ ਖਰਚ ਹੋ ਗਈਆਂ, ਇਸ ਵਾਰ 2 ਮਹੀਨੇ ਦੇ ਯੂਨਿਟ, 2 ਮਹੀਨੇ ਦੇ ਬਿੱਲ ਵਿੱਚ ਸਾਡੀਆਂ 700 ਯੂਨਿਟ ਬਲ ਗਈ ਹੈ, ਜਾਂ 800 ਯੂਨਿਟ ਯੂਜ਼ ਹੋ ਗਈ ਹੈ, ਜਾਂ 900 ਯੂਨਿਟ ਯੂਜ਼ ਹੋ ਗਈ ਹੈ। ਸੋ ਯੂਨਿਟ ਕੀ ਹੈ, ਯੂਨਿਟ ਇੱਕ ਐਸਾ ਕਮਰਸ਼ੀਅਲ ਯੂਨਿਟ ਹੈ ਇਲੈਕਟ੍ਰਿਕ એનર્ਜੀ ਦਾ, ਜਿਹੜਾ ਕਿ ਅਸੀਂ ਕੰਜ਼ਿਊਮ ਕਰਦੇ ਹਾਂ, ਜਿਸ ਦੇ ਬਦਲੇ ਸਾਨੂੰ ਬਿੱਲ ਆਉਂਦਾ ਹੈ। ਸਮਝੇ ਬਾਤ, ਇਹਦਾ ਮੈਂ ਕਰੰਟ ਨਹੀਂ ਯੂਜ਼ ਕਰਦੇ, ਵੋਲਟੇਜ ਨਹੀਂ ਯੂਜ਼ ਕਰਦੇ, ਆਪਾਂ ਕਿਸ ਨੂੰ ਯੂਜ਼ ਕਰਦੇ ਆ, ਯੂਨਿਟ ਨੂੰ। ਅਸੀਂ એનર્ਜੀ ਯੂਜ਼ ਕਰਦੇ ਆ, ਜਿਹੜੀ ਕਿ ਵੋਲਟੇਜ ਦੇ ਰੂਪ ਵਿੱਚ ਸਾਡੇ ਕੋਲ ਆਉਂਦੀ ਹੈ, ਤੇ ਉਹਦੇ ਵਿੱਚੋਂ ਕਿੰਨੇ ਇਲੈਕਟ੍ਰੋਨਸ ਲੈਣੇ ਆ ਅਸੀਂ, ਤਾਂ ਕਿ ਆਪਾਂ ਜਿੰਨੇ ਡਿਵਾਈਸ ਆਪਣੇ ਘਰਾਂ ਵਿੱਚ ਅਗਰ ਨੂੰ ਚਲਾ ਸਕੀਏ। ਕਿਉਂਕਿ ਡਿਵਾਈਸ ਨੂੰ ਚਲਾਉਣ ਵਾਸਤੇ ਕੀ ਚਾਹੀਦਾ ਸੀ, ਬੈਟਰੀ ਚਾਹੀਦੀ ਸੀ। ਉਹ ਬੈਟਰੀ ਕਿਸ ਰੂਪ ਵਿੱਚ, ਵੋਲਟੇਜ ਦੇ ਰੂਪ ਦੇ ਵਿੱਚ। ਕੌਣ ਦੇ ਰਹੀ ਹੈ, ਗਵਰਨਮੈਂਟ ਦੇ ਰਹੀ ਹੈ, ਠੀਕ ਹੈ, ਓਕੇ। ਸੋ ਉਹ ਉਸ ਬੈਟਰੀ ਤੋਂ ਆਪਾਂ ਕਿੰਨੇ ਇਲੈਕਟ੍ਰੋਨਸ ਯੂਜ਼ ਕਰਦੇ ਪਏ, ਤਾਂ ਕਿ ਵਾਇਰਸ ਦੇ ਵਿੱਚੋਂ ਦੀ ਮੂਵ ਕਰ ਸਕਣ, ਤਾਂ ਕਿ ਜਿਹੜਾ ਡਿਵਾਈਸਿਸ ਜਿਹੜੇ ਸਾਡੇ ਘਰਾਂ ਵਿੱਚ ਆ ਉਹ ਚੱਲ ਸਕਣ। ਦੇਅਰਫੋਰ ਉਹ એનર્ਜੀ, ਉਹ ਜਿਹੜੀ એનર્ਜੀ ਹੈ, ਉਹ ਹੈ ਸਾਡਾ ਯੂਨਿਟ, ਜਿਸ ਦੇ ਬਦਲੇ ਅਸੀਂ ਪੇਮੈਂਟ ਦਿੰਦੇ ਆ ਗਵਰਨਮੈਂਟ। ਓਕੇ, ਹੁਣ ਗੱਲ ਸਮਝ ਲੱਗੀ ਬੇਟਾ, ਯੂਨਿਟਸ ਨੂੰ ਅਸੀਂ ਯੂਜ਼ ਕਰਦੇ ਆ ਤਾਂ ਕਿ ਇਲੈਕਟ੍ਰੋਨਸ ਫਲੋ ਕਰ ਸਕਣ, ਕਿਉਂਕਿ ਬੈਟਰੀ ਲੱਗੀ ਹੋਏਗੀ, ਇਹ ਬੈਟਰੀ ਲੱਗੀ ਹੋਏਗੀ ਤਾਂ ਇਹੋ ਹੀ ਤਾਂ ਇਲੈਕਟ੍ਰੋਨਸ ਨੂੰ, ਇਧਰ ਨੂੰ ਕਰੰਟ ਜਾ ਰਿਹਾ ਤਾਂ ਇਹੋ ਹੀ ਤਾਂ ਕਰੰਟ ਨੂੰ ਫਲੋ ਕਰਾਉਂਦੇ, ਔਰ ਇਧਰੋਂ ਇਲੈਕਟ੍ਰੋਨਸ ਨੂੰ ਫਲੋ ਕਰਵਾਉਂਦਾ। ਇਲੈਕਟ੍ਰੋਨਸ ਫਲੋ ਕਰਨਗੇ ਤਾਂ ਹੀ ਤਾਂ ਡਿਵਾਈਸ ਵਿੱਚੋਂ ਕਰੰਟ ਫਲੋ ਕਰੇਗਾ, ਡਿਵਾਈਸ ਵਿੱਚੋਂ ਕਰੰਟ ਫਲੋ ਕਰੇਗਾ ਤਾਂ ਹੀ ਤਾਂ ਡਿਵਾਈਸ ਜਿਹੜਾ ਉਹ ਚੱਲੇਗਾ, ਡਿਵਾਈਸ ਚੱਲੇਗਾ ਤਾਂ ਹੀ ਤਾਂ ਆਪਾਂ ਆਪਣੇ ਐਪਲਾਇੰਸਿਸ ਚਲਾਵਾਂਗੇ, ਐਪਲਾਇੰਸਿਸ ਚਲਾਵਾਂਗੇ ਤਾਂ ਹੀ ਤਾਂ ਆਪਾਂ ਜੋ ਸਮਾਨ ਲਿਆ ਕੇ ਰੱਖਿਆ ਉਹਨਾਂ ਦੀ ਵਰਤੋਂ ਕਰਦੇ ਪਏ ਆ। ਸੋ ਦੇਅਰਫੋਰ ਆਹ ਚੀਜ਼ ਜਿਹੜੀ ਹੈ, ਇਸ ਨੂੰ ਚਲਾਉਣ ਵਾਸਤੇ ਕੀ ਚਾਹੀਦਾ, ਇਸ ਬੈਟਰੀ ਦੀ એનર્ਜੀ। ਹੁਣ ਇਹ એનર્ਜੀ ਕਿੱਥੋਂ ਆਉਂਦੀ ਏ, ਜਿਹੜੀ ਆਪਾਂ ਯੂਜ਼ ਕਰਦੇ ਆ, ਕਿੱਥੋਂ ਆਉਂਦੀ ਹੈ, ਵੋਲਟੇਜ ਦੇ ਰੂਪ ਵਿੱਚ। ਤੇ ਘਰਾਂ ਵਿੱਚ ਵੋਲਟੇਜ ਸਰਕਾਰ ਪਹੁੰਚਾਉਂਦੀ, ਤੇ ਉਸ ਵੋਲਟੇਜ ਤੋਂ ਅਸੀਂ ਕਿੰਨਾ ਕੰਮ ਲੈ ਰਹੇ ਆ, ਉਸ ਦੇ ਰੂਪ ਵਿੱਚ ਅਸੀਂ ਪੇਮੈਂਟ ਦਿੰਦੇ ਆ ਸਰਕਾਰ ਨੂੰ, ਠੀਕ ਹੈ। ਸੋ ਆਪਾਂ ਇਸ ਨੂੰ ਬੇਟਾ ਚੰਗੀ ਤਰ੍ਹਾਂ ਹੁਣ ਪੜ੍ਹ ਲਈਏ, ਇਹਦੇ ਵਿੱਚੋਂ ਕੀ ਕਹਿ ਰਿਹਾ। ਸਾਨੂੰ ਇੰਨੀ ਗੱਲ ਦਾ ਬੇਟਾ ਪਤਾ ਸੀ, ਆਪਾਂ ਰੀਸੈਂਟਲੀ ਪੜ੍ਹ ਕੇ ਹਟੇ ਆ। ਪਾਵਰ ਦੇ ਆਪਾਂ ਫਾਰਮੂਲੇ ਪੜ੍ਹੇ ਸੀ, V × I, ਪਾਵਰ ਦਾ ਪੜਿਆ ਸੀ I² × R, ਤੇ ਪਾਵਰ ਦਾ ਪੜਿਆ ਸੀ V²/R। ਆ ਇੱਕ ਸਾਨੂੰ ਪਤਾ ਹੋਣਾ ਚਾਹੀਦਾ, ਜਿਹੜਾ ਆਪਾਂ ਡਰਾਈਵ ਕਰ ਲਿਆ, ਬਾਕੀ ਦੇ ਉੱਪਰ ਆਪਾਂ ਓਮਸ ਲਾ ਲਗਾਤਾ ਤੇ ਆਪਣਾ ਹੋ ਜਾਣਾ। ਸੇਮ ਇਸੇ ਤਰੀਕੇ ਦੇ ਨਾਲ એનર્ਜੀ ਦਾ ਆਪਣੇ ਕੋਈ ਯੂਨਿਟ ਬਣੇ ਸੀ V × I × T, ਕਿਉਂਕਿ એનર્ਜੀ ਕੀ ਹੁੰਦੀ ਹੈ, ਪਾਵਰ × ਟਾਈਮ, ਤੇ ਪਾਵਰ ਕੀ ਹੁੰਦੀ ਸੀ, એનર્ਜੀ ਅਪਨ ਟਾਈਮ। ਸੋ ਇਸੇ ਤਰੀਕੇ ਦੇ ਨਾਲ ਆ ਬਣ ਗਿਆ ਇੱਕ ਹੋਰ, ਤੇ ਇੱਕ ਹੋਰ ਬਣ ਗਿਆ ਸਾਡੇ ਕੋਲ V²/R × T। E ਆ ਵੀ E ਆ, ਜਿਹੜਾ ਕਿ H ਦੇ ਬਰਾਬਰ ਜੌਨਸ ਲਾ ਆਫ ਹੀਟਿੰਗ ਵੀ ਹੁੰਦਾ। ਉਹ ਇੰਨੀ ਗੱਲ ਕਹਿ ਰਿਹਾ ਇੱਥੋਂ ਕਿ એનર્ਜੀ ਕਿਹਦੇ ਬਰਾਬਰ ਹੋਈ, ਪਾਵਰ × ਟਾਈਮ। ਤੇ ਜਿਹੜੀ ਘਰਾਂ ਦੇ ਵਿੱਚ ਸਾਡੇ ਕੋਲ એનર્ਜੀ ਆ ਰਹੀ ਹੈ, ਉਹ ਹੈ ਪਾਵਰ × ਟਾਈਮ। ਤੇ ਪਾਵਰ ਦਾ ਯੂਨਿਟ ਬੇਟਾ ਜੀ ਹੁੰਦਾ ਹੈ ਵਾਟ। ਅਗਰ ਹੁਣ ਧਿਆਨ ਨਾਲ ਸੁਣੀ ਗੱਲ, ਅਗਰ ਪਾਵਰ ਸਾਡੇ ਕੋਲ ਵਾਟ ਵਿੱਚ ਗਿਵਨ ਹੈ, ਤੇ ਟਾਈਮ ਕਾਦੇ ਵਿੱਚ ਹੋਣਾ ਚਾਹੀਦਾ ਉਸ ਵੇਲੇ, ਨਾਲ ਸੈਕਿੰਡ ਦੇ ਵਿੱਚ, ਤਾਂ ਫਿਰ એનર્ਜੀ ਕਾਦੇ ਵਿੱਚ ਹੋਏਗੀ, ਜੂਲ ਦੇ ਵਿੱਚ। ਸਭ ਦੇ ਮੈਂ ਯੂਨਿਟ ਲਿਖ ਲਏ। ਇਹਦਾ ਯੂਨਿਟ ਕੀ ਹੋ ਗਿਆ, ਜੂਲ, ਸਿੱਧਾ ਮੈਂ ਜੂਲ ਲਿਖ ਦੇਣਾ ਇੱਥੇ। ਇਹਦਾ ਯੂਨਿਟ ਜੂਲ, ਇਹਦਾ ਯੂਨਿਟ ਵਾਟ, ਇਹਦਾ ਯੂਨਿਟ ਟਾਈਮ। ਅਗਰ ਸਾਨੂੰ ਕੁਐਸਚਨ ਆ ਜਾਵੇ ਕਿ એનર્ਜੀ ਫਾਈਂਡ ਕਰਨੀ ਹੈ, ਉਸ ਵਿੱਚ ਸਾਡੇ ਕੋਲ ਵਾਟ ਗਿਵਨ ਹੋਣ, ਟਾਈਮ ਸਾਨੂੰ ਮਿੰਟਾਂ 'ਚ ਗਿਵਨ ਹੋਵੇ ਜਾਂ ਆਵਰਸ ਵਿੱਚ ਗਿਵਨ ਹੋਵੇ, ਤਾਂ ਸਾਨੂੰ ਕੀ ਕਰਨਾ ਪੈਣਾ ਹੈ, ਇਹਨੂੰ ਵਾਟ 'ਚ ਰੱਖਣਾ ਪੈਣਾ, ਟਾਈਮ ਨੂੰ ਸੈਕਿੰਡ 'ਚ ਲਾਉਣਾ ਪੈਣਾ, ਤਾਂ ਕਹਿ ਸਕਦੇ ਕਿ એનર્ਜੀ ਕਿੰਨੀ ਹੋਈ ਹੈ, ਜੂਲਸ ਵਿੱਚ ਹੋਈ ਹੈ, ਠੀਕ ਹੈ। ਸਭ ਦੇ ਯੂਨਿਟ ਲਿਖ ਲਿਆ। એનર્ਜੀ ਦਾ ਯੂਨਿਟ ਵਾ ਜੂਲ ਆ ਗਿਆ, ਪਾਵਰ ਦਾ ਵਾਟ ਆ ਗਿਆ, ਟਾਈਮ ਦਾ ਸੈਕਿੰਡ ਹੋ ਗਿਆ, ਡਨ। ਤੇ ਜੇਕਰ ਬੇਟਾ ਹੁਣ ਆਪਾਂ ਯੂਨਿਟ ਦੇ ਰੂਪ ਵਿੱਚ ਫਾਈਂਡ ਕਰਨਾ, ਤਾਂ ਉਹਦੇ ਵਿੱਚ ਕੀ ਹੋਏਗਾ, ਅਗਰ ਪਾਵਰ ਸਾਡੇ ਕੋਲ ਕਿਲੋਵਾਟ ਵਿੱਚ ਹੈ, ਕਿਲੋਵਾਟ, ਟਾਈਮ ਸਾਡੇ ਕੋਲ ਆਵਰਸ ਵਿੱਚ ਹੈ, ਤਾਂ એનર્ਜੀ ਬੇਟਾ ਸਾਡੇ ਕੋਲ ਹੋਏਗੀ ਪੂਰੀ ਕਿਲੋਵਾਟ × R kWh। ਤੇ kWh ਨੂੰ ਹੀ ਬੇਟਾ ਅਸੀਂ ਕੀ ਬੋਲਦੇ ਆ, ਯੂਨਿਟ। ਗੱਲ ਸਮਝ ਲੱਗ ਗਈ। क्वेश्चन अपने को है एक, आप करांगे, क्यों करांगे, क्योंकि सानू चीज समझ लगनी अच्छे तरीके ना, अगर आप न्यूमेरिकल कर लांगे। एनर्जी होगी पावर × टाइम, पावर होगी वाट विच, टाइम होएगा सेकंड विच, तां एनर्जी कच होएगी जूल विच। अगर पावर होए किलोवाट विच, टाइम होएगा आवर्स विच, तां एनर्जी कच होएगी किलोवाट आवर। ते किलोवाट आवर नूं ही असीं की बोलदे आ, यूनिट।
ਸੋ देयरफॉर यूनिट किदे बराबर हुंदा किलोवाट आवर दे, जिहदे विच पावर कच होएगी किलोवाट च ते टाइम कच होएगा आवर दे विच OH। सो ये सी बेटा अपने कोल, और इहो चीज है जिहड़ी आपां यूज करदे पए आ। आ चीज आएगी कि आपां किन्नी यूज करदे हां। और एक होर चीज, 1 किलोवाट आवर दे विच किन्ने जाउल हुंदे आपां ये फाइंड करना है। वो किदां करांगे आपां, उस दे लिए आपां थोड़ा जिहा होर पढ़ लईए इसनूं। इहदा स्क्रीनशॉट बेटा जल्दी नाल ले लो, फिर माड़ा जिहा रेस करना इहनूं। ओके की आ रहा है इत्थे साडे कोल, आपां वेखना किलोवाट आवर मीनस पावर कच है, पावर इनटू टाइम। पहला फाइंड फॉर्मूला लिख दिए पूरा, एनर्जी इक्वल्स टू पावर इनटू टाइम। पावर है किलोवाट आवर, ये है किलोवाट ते टाइम है आवर विच। 1 किलोवाट च कितने वाट होए 1000 वाट। एक टाइम च 1 आवर दे विच कितने सेकंड्स होए 3600 सेकंड्स। तो की वैल्यू आई 36 इंटू 10 दी पावर 5 नाल दिया गया वाट सेकंड। इत्थे ਆਪਾਂ पढ़िया सी अगर ये वाट सेकंड विच होवे तां एनर्जी का च हुंदी है जूल च। सो देयरफॉर इत्थे की आ गया 3.6 लिख लिया मैं, एक वैल्यू होर दे नाल इंक्रीज कर दी 3.6। मैं एक 3.6 का लाउंदा मतलब की होया इत्थे पॉइंट सी मैं इत्थे लेता, एक जीरो नाल होर होगी, सो 10 दी पावर 6 होगी। वाट सेकंड दी की आ जाऊगा, वाट सेकंड जूल सी तो जूल इत्थे की आ जाऊगा जूल। सो किदे बराबर आया किलोवाट आवर दे विच किन्ने जूल्स हुंदे बेटा इन्ने। देयरफॉर एक यूनिट दे विच बेटा किन्ने जूल्स हुंदे आ इन्ने हुंदे। सिंपल चीज है, ये बहुत कोई डिफिकल्ट है नहीं। जो आप चीज़ां बेटा सिंपली पढ़ते पे वो चीज़ां ने, ठीक है। आप आराम नाल ड्राइव किया, सानू पता हुंदा कि किहदे विच किन्ने कार विच किन्ने सेकंड, सानू पता है किलोवाट दे विच किन्ने वाट है। सो डिफिकल्टी किते नहीं हैगी, दिमाग नूं लाउणा घबराउणा बिल्कुल नहीं, आराम नाल पढ़ना। चीज़ां बहुत सौखियां ने, 10th बेसिक बिल्कुल साइंस है, कोई डिफिकल्ट नहीं है। घरां विच आले दुआले समान देखो, साइंस आई पई है। ओके सो बेटा ये चीज हो गई अपने को। एक न्यूमेरिकल जो अपने को ए है ये आप करन लगे हुण मैं इधरला पासा इरेज कर लगा बेटा, ताकि आप इत्थे न्यूमेरिकल जोड़ा है वो कर सकीए। देखो न्यूमेरिकल विच बेटा की है, कुछ भी नहीं। वो कहता कि विच यूजेस मोर एनर्जी। मैं दोनों वास्ते वखरा वखरा कर लेने। एक है 250 वॉट टीवी सेट, पावर कितनी है 250 वॉट, 1 आवर, टाइम कितना है 1 आवर। सेकंड है पावर है 1200 वॉट और टाइम है साढ़े को 10 मिनट्स। वॉट च है, टाइम है आवर दे विच। ਜਾਂ ਤੇ ਸਾਰੇ ਕਿਲੋਵਾਟ ਆਵਰ ਚ ਕਰ ਲਓ ਜਾਂ ਸਾਰੇ ਵਾਟ ਸੈਕਿੰਡ ਚ ਕਰ ਲਓ, ਕਿਉਂਕਿ ਇੱਥੇ ਗੱਲ ਦੱਸੀ ਸੀ ਨਾ ਜਾਂ ਤਾਂ ਜਾਊਲ ਤਾਂ ਹੀ ਆਏਗਾ ਅਗਰ ਇਹ ਵੀ ਵਾਟ ਚ ਹੋਵੇ ਤੇ ਸੈਕਿੰਡ ਚ ਹੋਵੇ, ਤੇ ਜੇ ਕਿਲੋਵਾਟ ਲਾਉਣਾ ਫਿਰ ਇਹ ਵੀ ਕਿਲੋਵਾਟ ਚ ਚਾਹੀਦਾ ਔਰ ਇਹ ਵੀ ਨਾਲ ਆਰ ਵਿੱਚ ਚਾਹੀਦਾ। ਸੋ ਮੈਂ ਕੀ ਕਰ ਰਿਹਾ, ਮੈਂ ਇਹਨੂੰ ਸਾਰੇ ਨੂੰ ਜੀ ਕੱਚ ਕਰਦੇ ਲੱਗਾ ਮੈਂ बेटा। अगर तो थोड़ी मर्जी है, इनू मैं वाट च रहना वाट च रहने देने, इनू कच कर लेने सेकंड च कर लेने। सो कितना आ गया 3600 सेकंड। ये है अपने को वाट विच, मिनट च करना 10 मिनट्स ने। 1 मिनट दे विच 60 सेकंड्स हो गए, तो 10 मिनट्स दे विच कितने हो गए 600 सेकंड्स। सो पावर एनर्जी साडे कोल की आ जाएगी पावर इनटू टाइम। पावर है 250 इनटू 250 वाट है, सो W लिख लिया नाल। टाइम है 3600 सेकंड्स। ये हो गया। करिए आप इसको डिवाइड, हुण मल्टीप्लाई कर दिए पूरा 25 इंटू 36 इंटू कितनी वैल्यू है 1000, 1 2 3 नाल किया गया वाट सेकंड। वाट सेकंड होया, वाट सेकंड मींस जूल। सो अपने को यही मल्टीप्लाई करो नाल यदि मल्टीप्लाई करो, साडे को आंसर आ जाऊगा जूल विच। सेम उसी तरीके दे नाल एनर्जी इधर है, वो की होगा पावर इनटू टाइम। पावर है 1200 वाट, टाइम है अपने को 600 सेकंड्स। की करांगे 12 इंटू 6, 12 इंटू 6 नाल क्या आ जाऊगा 1 2 3 4 10 रेज़ टू द पावर 4 नाल क्या गया वाट सेकंड। सो वाट सेकंड बेटा की हो जाऊगा जूल, आंसर आ जाएगा। क्लियरली बेटा की लग रहा है केड़ा ज्यादा किसी इसकी वैल्यू ज्यादा होगी 72
ਨਾਲ ਕਿੰਨੀ ਵੈल्यूज ਹੋ ਗਈ 1 2 3 4 4 ਜ਼ੀਰੋਜ਼ ਹੋ ਗਈਆਂ। इधर देख दिए करके आप 900 ਨਾਲ 3 ਜ਼ੀਰੋਜ਼ ਨੇ। ਸੋ ਇਹ ਕੱਚ ਇੰਨੇ ਜਾਊਲ ਚ ਇੰਨੇ ਜਾਊਲ। ਹੁਣ ਦੱਸੋ ਬੇਟਾ ਕਿਹਚ ਵੈਲਿਊ ਵੱਧ ਹੋਈ ਇਸ ਵਿੱਚ। देयरफॉर कंज्यूम कौन करता पे फर्स्ट वाला पावर ज्यादा एनर्जी, फर्स्ट वाला एनर्जी ज्यादा कंज्यूम करता पे एज कंपेयर टू सेकंड वाला। सो देयरफॉर टीवी सेट जो है ये कंज्यूम मोर एनर्जी। सेम इदां दे क्वेश्चन बेटा होर भी साडे कोल होणगे जिहदे विच हुण इदां गिवन होਊਗਾ कि एक कोई टीवी है साडे कोल वो इन्ने वाट दा है वो एक दिन विच इन्ने आवर चलदा है। ठीक है ना। क्वेश्चन कर देंगे आप सिंपल एक टीवी है साडे कोल जिवें आ टीवी है 250 वाट है इसकी पावर वर्क करता है एक दिन दे विच 8 आवर्स वर्क करता पर डे एक दिन दे विच। वो सानू पूछ सकते हैं कि ये टाइम है साडे कोल जून मंथ है। जून मंथ के डेज कितने हो गए बेटा 30 डेज। इस पूरे मंथ दे विच एनर्जी कितनी कंज्यूम होएगी। ठीक है। सो कितना कर लेंगे आप देखो साडे कोल आ वाट है 8 आवर्स पर डे है। सो ये वाट ये आवर्स है। सो देयरफॉर इनू कच कन्वर्ट करांगे आप किलोवाट विच। सो 250 डिवाइडेड बाय 1000 कितना आ गया बेटा साडे कोल 0.25 हो गया। 0.25 हो गया क्या है किलोवाट। सो एनर्जी क्या आएगी एनर्जी इक्वल्स टू पावर इनटू टाइम। एनर्जी है अपने कोल 0.25 इनटू एक कच हुई किलोवाट नाल हो गया टाइम साडे कितना 8 आवर्स 8 आवर। किलोवाट आवर मतलब बन गई क्या साडे कोल किलोवाट आवर बन गया। इस नूं मल्टीप्लाई करिए आप इस दे नाल इना हो गया। सो कितना बनया बेटा इतने पॉइंट लग गया तो 2 आ गया साडे को 2 किलोवाट आवर आ गए। ये साडे को की आ गए इन्ने 2 किलोवाट आवर मींस 2 यूनिट्स 2 यूनिट्स आ गए। ये आए एक दिन दे ये 8 आवर्स पर डे है 8 आवर पर डे। सो किस वास्ते पूछ रहा है जून वास्ते पूछ रहे हैं। जून में 30 डेज है। सो इसको मल्टीप्लाई करांगे आप किस दे नाल 2 × 30। सो कितना हो गया 60 यूनिट्स। इसका मतलब पूरे जून मंथ दे विच 60 यूनिट्स ओ यूज करता पे। सो वो अगे की कहूगा कि अगर उस जिस रीजन की गल करता पे उसका अगर बिलिंग सर्कल जो है मीनस उस एरिया की जो यूनिट्स है वो 6 रुपीज है। सो फिर वो कितना बिल पे करूंगा देयरफॉर 60 आ जाऊगा 360। सो 360 रुपीज वो बिल पे करूंगा। ये साडे क्वेश्चन का पूरा आंसर बन जाता है। सो इदां दे बेटा क्वेश्चन बनणगे। इस दे नाल ही बेटा साडे कोल इलैक्ट्रिसिटी चैप्टर पूरा खत्म हो चुका है। उम्मीद है तुहानूं अज दा साडा ये लैक्चर जिहड़ा सी भी पसंद आया होगा। इस तरीके नाल सानूं प्यार देंदे रहो और पढ़ते रहो। पढ़ना बहुत जरूरी है बेटा। लॉकडाउन जरूर चलता पाया बट आपने घरे बह के पढ़ना है। इसको सीरियसली लो क्योंकि ये भी नहीं पता कि ये लॉकडाउन पीरियड कितनी देर तक चलेगा। साडा फोकस सिर्फ किस उपर होना चाहिए स्टडी के उपर। बच्चे हो घर के अंदर रहो और पढ़ाई का ध्यान दो। ठीक है। इसका स्क्रीनशॉट लो और अगर किसी को बेटा कोई न्यूमेरिकल्स के प्रॉब्लम आती होगी सानू कमेंट सैक्शन में जरूर दसना। आप इसकी बैग एक्सरसाइज जो न्यूमेरिकल्स ने भी जरूर करांगे। ठीक है। अदरवाइज साडा चैप्टर पूरा खत्म हो चुका है। हर एक तरीके दे नाल दा न्यूमेरिकल एक जरूर कर लिया सी। प्रॉब्लम कोई आएगी नहीं बट इन केस बेटा थानू फिर भी कोई प्रॉब्लम आउंदी है तो सानू कमेंट सैक्शन में जरूर दसना या किसी भी तरीके दे नाल जरूर दसना। आपां उस चीज नूं सोल्यूशन जरूर करांगे। ठीक है। टिल देन ओनी देर तक बेटा जी बाय है। आपां नेक्स्ट चैप्टर शुरू करांगे जल्दी ही एक दो दिनों दे विच। ओनी देर तक तुसीं अपनी प्रैक्टिस करो बैग एक्सरसाइज के उपर जोर दो और पढ़ाई करो। स्क्रीनशॉट लो जल्दी। बाय बाय।